डॉक्टर दिलीप कौर टिवाणा दा कहानी संग्रह है तेरा कमरा मेरा कमरा। कहानी है रब ते रुत्तां। बहुत पुराने समयां दी गल है। रब उत्ते स्वर्ग च रहिंदा सी, हेठां सब धुंधुकार सी। सृष्टि दी सिरजना दा विचार रब दे ज़हन च खौरू पा रिहा सी। अपने चित्त छोरी भन घड़ वाल एकागर होया एक नदी दे कंढे फिर रिहा सी। नदी भर जोबन च वह रही सी। जरूर पहाड़ां च मींह पिया होना है। फुੱਲ पौदियां दियां टीसियां उत्ते बैठे खंभ फड़का रहे सन, जिवें हुणे उड़ के नदी तो पार अपने मित्र प्यारिਆਂ ਨੂੰ मिलन जाना होवे। पंछी गर्दना मटका मटका उन्हां ਨੂੰ कुछ समझाउण दी कोशिश कर रहे सन। ਬੱਦਲ ਘੋਰਿਆ, ਰੱਬ ਦੀ ਇਕਾਗਰਤਾ ਭੰਗ ਹੋ ਗਈ। ਉਹਨੇ ਖਿੱਚ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ, ਵਾਰੀ-ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ। ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ। ਮਾਣਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਹਨਾਂ ਤੋਂ ਬਚਣ ਦੇ ਉਪਰਾਲਿਆਂ 'ਚ ਲੱਗੇ। ਖੋਲਾਂ, ਕੰਦਰਾਂ, ਛੱਪਰੀਆਂ, ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਛੜ ਆਉਂਦੇ, ਪਿੰਡਾਂ ਦੇ ਪਿੰਡ ਰੁੜ ਜਾਂਦੇ। ਰੁੱਤਾਂ ਲਈ ਵੀ ਇਹ ਇੱਕ ਸ਼ੁਗਲ ਸੀ, ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਕਦ ਮੀਂਹ ਪਏਗਾ। ਦਰਿਆਵਾਂ ਨੂੰ ਬੰਨ ਮਾਰ ਕੇ ਲੋਕ ਕੈਦੀਆਂ ਵਾਂਗ ਮਨਮਰਜ਼ੀ ਦੇ ਪਾਸੇ ਭੇਜਣ ਲੱਗ ਪਏ ਹਨ। ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਹੈ ਤੇ ਤਰਲੋ ਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾਂ ਪੁੱਛੇ ਹੀ ਵਗਦੇ ਰਹਿੰਦੇ ਹਨ। ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ, ਲੋਕ ਹੀ ਅੱਗ ਕਰਦੇ, ਹਵਨ ਕਰਦੇ, ਕਿੱਥੇ ਕਿਹੜਾ ਵਿਘਨ ਹੋ ਗਿਆ ਚਿਤਾਰਦੇ। ਪਰ ਹੁਣ ਲੋਕਾਂ ਨੇ ਟਿਊਬਵੈੱਲ ਲਾ ਲਏ ਸਨ, ਉਹ ਮੀਂਹ ਦੀ ਪਰਵਾਹ ਹੀ ਨਹੀਂ ਸੀ ਕਰਦੇ। ਰੁੱਤਾਂ ਉਦਾਸ ਹੋ ਗਈਆਂ, ਉਹ ਰਲ ਕੇ ਰੱਬ ਕੋਲ ਗਈਆਂ। ਰਾਮ ਜੀ, ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ, ਸਾਨੂੰ ਪਰਤ ਆਉਣ ਦੀ ਆਗਿਆ ਦਿਓ। ਇਹ ਕਿਵੇਂ ਹੋ ਸਕਦਾ ਹੈ? ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਆਪ ਚੱਲ ਕੇ ਵੇਖ ਲਓ ਬੇਸ਼ੱਕ, ਰੁੱਤਾਂ ਨੇ ਅਰਜ਼ ਗੁਜ਼ਾਰੀ। ਰੱਬ ਇੱਕ ਨਿੱਕੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ। ਵੇਲਾ ਆਥਣ ਦਾ ਸੀ, ਰੁੱਤ ਬਹਾਰ ਦੀ ਸੀ। ਅਸਮਾਨ ਉੱਤੇ ਬੱਦਲ ਘੇਰਾਏ। ਮੋਰਾਂ ਨੇ ਖੰਭ ਖਿਲਾਰ ਕੇ, ਝੂਮ ਝੂਮ ਕੇ, ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਹਾ। ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾਂ ਕਰ ਕਰ ਹੱਸ ਰਹੇ ਸਨ। ਨਿੱਕੇ ਨਿੱਕੇ ਪੰਛੀ ਫੁੱਲਾਂ ਦੇ, ਪੱਤਿਆਂ ਦੇ, ਪਪੀਸਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ, ਰੱਬ ਨੇ ਬਹਾਰ ਨੂੰ ਆਖਿਆ। ਇਹਨੇ ਨੂੰ ਇੱਕ ਸ਼ਹਿਰ ਆ ਗਿਆ। ਬੜੀ ਭੀੜ ਸੀ, ਬੜਾ ਰੌਲਾ ਸੀ। ਹਰ ਕੋਈ ਜਿਵੇਂ ਗੁਆਚਿਆ ਹੋਇਆ ਸੀ। ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਲੱਗਦਾ ਨਹੀਂ ਸੀ, ਕਿਸੇ ਦਾ ਕੋਈ ਜਾਣੂ ਨਹੀਂ ਸੀ। ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਹੁੰਦਾ ਸੀ। ਚਿੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਵੇਖਦੇ ਸਨ। ਕਿਸ ਲਈ? ਉਹਨੇ ਬਹਾਰ ਨੂੰ ਪੁੱਛਿਆ। ਚਿੜੀਆਂ ਲੈ ਲਓ, ਰੰਗ ਬਰੰਗੀਆਂ ਚਿੜੀਆਂ। ਪਿੰਜਰੇ 'ਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇੱਕ ਭਾਈ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉੱਥੋਂ ਛੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਰ 'ਚ ਜਾ ਵੜਿਆ। ਤਾਜ਼ੇ ਮੋਤੀਏ ਦਾ ਹਾਰ ਦੋ ਆਨੇ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ। ਲੈ ਫੜ ਡੂਢ ਆਨਾ, ਦੇ ਹਾਰ। ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਇੱਕ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ 'ਚ ਦਿੰਦਿਆਂ ਕਿਹਾ। ਮੁੰਡਾ ਜੱਕੋ ਤੱਕੋ 'ਚ ਪੈ ਗਿਆ, ਜਿਵੇਂ ਉਹਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ। ਓਏ ਛੱਡ ਪਰੇ, ਇਹ ਵੀ ਕਿਹੜਾ ਕੋਈ ਖਾਣ ਦੀ ਚੀਜ਼ ਹੈ? ਹੋਰ 2 ਘੰਟੇ ਨੂੰ ਇਹਨਾਂ ਊਂ ਹੀ ਬੇਹੀ ਹੋ ਜਾਣਾ। ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਨੂੰ ਸਮਝ ਆ ਗਈ। ਉਹਨੇ ਬੇਬਸ ਜਿਹਾ ਹੋ ਕੇ 1.5 ਆਨੇ ਨੂੰ ਹੀ ਹਾਰ ਦੇ ਦਿੱਤਾ। ਲਾਲਾ ਜੀ ਮੰਦਰ 'ਚ ਆ ਪਹੁੰਚੇ। ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ। ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਹਦੇ ਚਰਨਾਂ 'ਚ ਵਗਾ ਮਾਰਿਆ। ਰੱਬ ਮੰਦਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਵਾਲਾਂ 'ਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬੜੀ ਸੋਹਣੀ ਸੀ। ਰੱਬ ਦੀਆਂ ਅੱਖਾਂ 'ਚ ਚਮਕ ਆ ਗਈ। ਸਿਰ ਢੱਕ ਲੈ ਸਾਊ, ਜ਼ਮਾਨਾ ਮਾੜਾ ਹੈ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ, ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਨੇ ਕਿਹਾ। ਆਗਿਆਕਾਰ ਧੀਆਂ ਨੂੰਹਾਂ ਵਾਂਗ ਉਹਨੇ ਸਿਰ ਢੱਕ ਲਿਆ। ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਹਦਾ ਜ਼ਰੂਰ ਪੱਲੇ ਹੇਠਾਂ ਸਾਹ ਘੁੱਟਿਆ ਗਿਆ ਹੋਣਾ। ਇੰਨੇ ਨੂੰ ਕਣੀਆਂ ਉਤਰ ਆਈਆਂ।
ਆਵਾਜਾਈ ਹੋਰ ਤੇਜ਼ ਹੋ ਗਈ। ਬਰਸਾਤੀ ਛਤਰੀਆਂ ਚਮਕਣ ਲੱਗੀਆਂ। ਚਿੜੀ ਬਣਿਆ ਰੱਬ ਇੱਕ ਖੰਭੇ ਉੱਤੇ ਬੈਠਣ ਲੱਗਾ ਸੀ ਕਿ ਉਹਨੂੰ ਕਰੰਟ ਦਾ ਜਿਹਾ ਝਟਕਾ ਲੱਗਿਆ ਕਿ ਪਲ ਦੋ ਪਲ ਉਹਦੀ ਸੁਰਤ ਜੀ ਗੁੰਮ ਹੋ ਗਈ। ਕੱਚੀ ਜੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ। ਉਹਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ 'ਚ ਕਿਧਰੇ ਦਰਖਤ ਹੀ ਨਹੀਂ, ਪੰਛੀ ਕਿੱਥੇ ਬਹਿੰਦੇ ਹੋਣਗੇ, ਆਲ੍ਹਣੇ ਕਿੱਥੇ ਪਾਉਂਦੇ ਹੋਣਗੇ ਤੇ ਰਾਤ ਨੂੰ ਪੰਛੀ ਕਿੱਥੇ ਸੌਂਦੇ ਹੋਣਗੇ। ਉਹਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ 'ਚ ਪੰਛੀ ਹਨ ਹੀ ਨਹੀਂ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ, ਨਾ ਕਿਸੇ ਦੀਆਂ ਅੱਖਾਂ 'ਚ ਬੱਦਲਾਂ ਦੇ ਪਰਛਾਵੇਂ ਨੱਚੇ, ਨਾ ਕੋਈ ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ, ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਪੁੱਛੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ। ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਵਿੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਜਾ ਰਿਹਾ ਸੀ। ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਕਿਹਨੂੰ ਨਾ ਮਿਲਣ ਦੀ ਕਸਮ ਖਾਧੀ ਇਹਨੇ? ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਉਹਨੂੰ ਜਿਹੜਾ ਬਹਾਰ ਦੇ ਮੌਸਮ 'ਚ ਸ਼ਾਇਦ ਇਹਨੂੰ ਸਭ ਤੋਂ ਵੱਧ ਯਾਦ ਆ ਰਿਹਾ। ਤੈਨੂੰ ਕਿਵੇਂ ਪਤਾ ਹੈ? ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਹੈ। ਕਣੀਆਂ ਹੋਰ ਤੇਜ਼ ਹੋ ਗਈਆਂ। ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੰਡੇ, ਚੁਟਕੀਆਂ ਵਜਾਈਆਂ, ਬੱਦਲਾਂ ਵੱਲ ਵਾਕਫਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਸਾਹਮਣਿਓਂ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਹਨੂੰ ਪਛਾਣ ਕੇ ਸਾਈਕਲ ਹੌਲੀ ਕਰ ਲਿਆ। ਮੀਂਹ ਆ ਰਿਹਾ ਹੈ, ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਣਾ, ਜਾਣਾ ਕਿੱਥੇ ਆ? ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ, ਜਾਣਾ ਤਾਂ ਕਿਤੇ ਵੀ ਨਹੀਂ। ਉਹਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਕੋਲੋਂ ਲੰਘਦੇ ਨੇ ਕਿਹਾ, ਮੀਂਹ ਆ ਰਿਹਾ, ਕੱਪੜੇ ਭਿੱਜ ਜਾਣਗੇ। ਇਹ ਗੱਲ ਬਹੁਤੀ ਉਸ ਦੀ ਥਾਂ। ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ, ਤੁਸੀਂ ਚੱਲੋ, ਮੀਂਹ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ। ਖਚਰੀ ਜੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ। ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ, ਇਸ 'ਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ? ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ। ਪਿੰਡ ਤੋਂ ਦੂਰ ਮੜੀਆਂ ਵਾਲੇ ਟੋਭੇ ਵੱਲੋਂ ਬੰਦਾ ਮੁੜ ਪਿਆ। ਕਿਉਂ? ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ 'ਚ ਕੋਈ ਜਿਉਂਦਾ ਬੰਦਾ ਹੀ ਹੋਵੇ। ਚਿੜੀ ਬਣਿਆ ਰੱਬ ਹੱਸ ਪਿਆ। ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਵੀ ਉਹ ਜਿਉਂਦੇ ਵੀ ਸੀ। ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਟੋਭੇ ਦੇ ਕੰਢੇ ਤੇ ਪਹੁੰਚ ਗਿਆ। ਟੋਭੇ 'ਚ ਪੰਭੂਲ ਖਿਲੇ ਹੋਏ ਸੀ। ਕਿੰਨਾ ਹੀ ਕੁਝ ਉਸ ਬੰਦੇ ਦੇ ਮਨ 'ਚ ਖਿੜ ਗਿਆ। ਉਹਨੇ ਲਰਜ਼ਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਟੋਭੇ 'ਚ ਬਗਲੇ ਚੌਲ ਕਦਮੀ ਕਰਦੇ ਫਿਰ ਰਹੇ ਸਨ, ਕੁਝ ਬੋਲ ਵੀ ਰਹੇ ਸਨ। ਉਹਨੂੰ ਲੱਗਿਆ ਕਹਿ ਰਹੇ ਹਨ, ਚੰਗਾ ਚੰਗਾ ਚੰਗਾ। ਟੋਭੇ ਦੇ ਘਸਮੈਲੇ ਪਾਣੀ 'ਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਤਕੁਤਾੜੀਆਂ ਨਿਕਲ ਰਹੀਆਂ ਸਨ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਟੋਭੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਿਲਾ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ, ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ, ਜਿਵੇਂ ਸੱਚੀ ਮੁੱਚੀ ਦੇ ਹੋਣ। ਤੇ ਇਹਨਾਂ ਹੱਥਾਂ ਦੀ ਬਿਨ ਨਕਲ ਪਾਣੀ 'ਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹਨੂੰ ਇਹ ਕੋਈ ਬਹੁਤ ਬੜੀ ਕਰਾਮਾਤ ਲੱਗਦੀ ਸੀ। ਫਿਰ ਉਹਨੇ ਪਾਣੀ ਦਾ ਉਂਜਲ ਭਰ ਕੇ ਭੰਬੂਲਾਂ ਤੇ ਸੁੱਟਿਆ। ਉਹ ਨੱਚ ਉੱਠੇ। ਉਹ ਗਾਉਣ ਲੱਗਾ, ਸੋਝਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪੌਣਾਂ ਦੀ ਜਿੰਦ ਮੇਰੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਫਿਰ ਉਹਨੇ ਹੱਥ ਧੋ ਲਏ। ਟੋਭੇ ਕੰਢੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲਾਂ ਕੀਤੀਆਂ। ਤੇਜ਼ ਹਵਾ 'ਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ। ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤੱਕ ਕੇ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ। ਰੱਬ ਹੱਸ ਕੇ ਬੋਲਿਆ, ਉਹਨਾਂ ਸਾਰਿਆਂ ਲਈ ਨਾ ਸਹੀ, ਅਜਿਹੇ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ, ਬੱਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ, ਜਿਹੜਾ ਗਾ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਬਹਾਰ ਨੇ ਜਿਵੇਂ ਆਗਿਆ ਆਖ ਸਿਰ ਨਿਵਾ ਦਿੱਤਾ। ਚਿੜੀ ਬਣਿਆ ਰੱਬ ਸੋਚ ਰਿਹਾ ਸੀ, ਉੱਪਰ ਸਵਰਗ ਜਾਇਆ ਜਾਏ ਕਿ ਨਾ। ਧੰਨਵਾਦ। ਅਗਲੀ ਕਹਾਣੀ ਹੈ ਮਾਸੂਮ। ਚੁਫੇਰੇ ਬਰਫ਼ ਦੇ ਢਕੇ ਪਹਾੜ ਸਨ।
ਠੰਡੀ ਸ਼ਾਂਤ ਨਿਰਮਲ ਪੌਣ ਸੀ, ਹਰਿਆਵਲ ਸੀ, ਖਾਮੋਸ਼ੀ ਸੀ, ਆਰਾਮ ਸੀ। ਇਹ ਕੋਇਲ ਦਾ ਦੇਸ਼ ਸੀ। ਬੜੇ ਪੰਧ ਝਾਕ ਕੇ ਇੱਕ ਵਾਰੀ ਇੱਕ ਕਾਂ ਉੱਥੇ ਪਹੁੰਚਿਆ। ਕੋਇਲ ਨੇ ਪ੍ਰਾਹੁਣਚਾਰੀ ਕੀਤੀ। ਬੜੀ ਸੁੰਨ, ਬੜੀ ਉਦਾਸੀ, ਬੜੀ ਚੁੱਪ ਹੈ ਤੇਰੇ ਦੇਸ਼, ਕਾਂ ਬੋਲਿਆ। ਨਹੀਂ ਤਾਂ, ਸਾਹਮਣੇ ਨਦੀ ਗੱਲਾਂ ਕਰਦੀ ਤੁਰੀ ਜਾ ਰਹੀ ਹੈ। ਬੱਦਲ ਆਉਂਦੇ ਨੇ, ਬਾਤਾਂ ਪਾਉਂਦੇ ਲੰਘ ਜਾਂਦੇ ਨੇ। ਦਰਖਤ ਬੂਟੇ ਵੀ ਆਪਸ 'ਚ ਗੱਲਾਂ ਕਰਦੇ ਨੇ। ਪੰਛੀ ਉਹਨਾਂ ਦੇ ਸੁਨੇਹੇ ਇੱਕ ਦੂਜੇ ਵੱਲ ਲੈ ਜਾਂਦੇ ਨੇ। ਮੈਨੂੰ ਤਾਂ ਕੁਝ ਨਹੀਂ ਸੁਣਾਈ ਦਿੰਦਾ। ਖਬਰੇ ਤੇਰੇ ਦੇਸ਼ ਦੀ ਬੋਲੀ ਕੋਈ ਹੋਰ ਹੋਵੇ। ਤੂੰ ਮੇਰੇ ਦੇਸ਼ ਚੱਲੇਂਗੀ? ਕਿੱਡੀ ਕੁ ਦੂਰ ਹੈ ਤੇਰਾ ਦੇਸ਼? ਇੱਥੋਂ ਚੜ੍ਹਦੇ ਵੱਲ ਨੂੰ ਉੱਡੀ ਜਾਓ, ਜਿੱਥੇ ਪਹੁੰਚ ਕੇ ਹਵਾ ਗਰਮ ਹੋ ਜਾਂਦੀ, ਉਹ ਮੇਰਾ ਦੇਸ਼ ਹੈ। ਇੱਥੋਂ ਚੜ੍ਹਦੇ ਵੱਲ ਕਹਿੰਦੇ ਨੇ ਇੱਕ ਦੇਸ਼ ਹੈ ਜਿੱਥੇ ਜਿਹੜੀ ਵੀ ਨਦੀ ਜਾਂਦੀ ਹੈ ਉਹੀ ਤੜਫ ਕੇ ਮਰ ਜਾਂਦੀ ਹੈ। ਬੱਦਲ ਰੋ ਕੇ ਮੁੜਦੇ ਨੇ, ਫੁੱਲ ਖਿੜਦੇ ਹੀ ਮੁਰਝਾ ਜਾਂਦੇ ਨੇ। ਕਿਤੇ ਉਹੀ ਦੇਸ਼ ਤਾਂ ਨਹੀਂ ਤੇਰਾ? ਨਹੀਂ, ਮੇਰੇ ਦੇਸ਼ 'ਚ ਤਾਂ ਕੋਸੀ-ਕੋਸੀ ਧੁੱਪ ਹੁੰਦੀ ਹੈ, ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਫਲ, ਰਹਿਣ ਲਈ ਮਹਿਲਾਂ ਵਰਗੀਆਂ ਕੋਠੀਆਂ। ਉੱਥੇ ਤਾਂ ਰਾਤ ਨੂੰ ਵੀ ਰਾਤ ਨਹੀਂ ਪੈਂਦੀ, ਬਿਜਲੀ ਦੇ ਲਾਟੂਆਂ ਦਾ ਚਾਨਣ ਰਹਿੰਦਾ ਹੈ। ਫਿਰ ਲੋਕ ਉੱਥੇ ਸੌਂਦੇ ਕਿਵੇਂ ਨੇ? ਉੱਥੇ ਬਹੁਤ ਸਾਰੇ ਲੋਕਾਂ ਦਾ ਤਾਂ ਰਾਤ ਪੈਣ ਉੱਤੇ ਹੀ ਦਿਨ ਚੜ੍ਹਦਾ ਹੈ। ਕੋਇਲ ਨੂੰ ਬਹੁਤੀਆਂ ਗੱਲਾਂ ਦੀ ਸਮਝ ਕੋਈ ਨਾ ਲੱਗੀ। ਫਿਰ ਵੀ ਉਹ ਕਾਂ ਦੇ ਆਖੇ ਮੈਦਾਨਾਂ ਵੱਲ ਆ ਗਈ। ਲੂਆਂ ਵਗਦੀਆਂ ਸਨ, ਚਾਰ ਚੁਫੇਰੇ ਸ਼ੋਰ ਸੀ। ਲੋਕ ਪਾਗਲਾਂ ਵਾਂਗ ਇੱਧਰੋਂ ਉੱਧਰ, ਉੱਧਰੋਂ ਉੱਧਰ ਕਾਲੇ-ਕਾਲੇ ਆ ਜਾ ਰਹੇ ਸਨ। ਬੰਦਿਆਂ ਨਾਲ ਤੂਸੀਆਂ ਬੱਸਾਂ ਕੀੜੀਆਂ ਵਾਂਗ ਫਿਰ ਰਹੀਆਂ ਸਨ। ਇਹ ਦਿੱਲੀ ਸ਼ਹਿਰ ਸੀ। ਇੱਥੇ ਤਾਂ ਆਪਣੀ ਗੱਲ ਵੀ ਸੁਣਾਈ ਨਹੀਂ ਦਿੰਦੀ, ਕੋਇਲ ਬੋਲੀ। ਆਪਣੀ ਗੱਲ ਸੁਣਨ ਦੀ ਇੱਥੇ ਕਿਸੇ ਨੂੰ ਲੋੜ ਹੀ ਨਹੀਂ ਪੈਂਦੀ, ਕਾਂ ਨੇ ਦੱਸਿਆ। ਬੜੀ ਗਰਮੀ ਹੈ, ਸਾਹ ਘੁੱਟਦਾ ਹੈ, ਕੋਇਲ ਨੇ ਬੇਚੈਨ ਹੋ ਕੇ ਆਖਿਆ। ਤੂੰ ਅਸਲ 'ਚ ਠੰਡੇ ਮੁਲਕ 'ਚੋਂ ਆਈ ਹੈ, ਇਸ ਲਈ ਗਰਮੀ ਵਧੇਰੇ ਲੱਗਦੀ ਹੈ। ਕੁਝ ਚਿਰ ਇੱਥੇ ਰਹੇਂਗੀ ਤਾਂ ਆਪੇ ਲੱਗਣੋਂ ਹਟ ਜਾਏਗੀ। ਕੋਇਲ ਨਿੰਮੋ ਝੂਣੀ ਜੀ ਬੈਠੀ ਸੀ। ਥੱਕ ਗਈ ਹੈ? ਕਾਂ ਨੇ ਪੁੱਛਿਆ। ਨਹੀਂ, ਆਪਣਾ ਦੇਸ਼ ਯਾਦ ਆ ਰਿਹਾ ਹੈ। ਉੱਥੇ ਅੱਜ ਕੱਲ੍ਹ ਬੱਦਲ ਵਰਸਦੇ ਹੋਣਗੇ। ਬੱਦਲ ਤਾਂ ਕਦੇ-ਕਦੇ ਇੱਥੇ ਵੀ ਵਰਸਦੇ ਨੇ, ਪਰ ਚਿੱਕੜ ਬੜਾ ਹੋ ਜਾਂਦਾ ਹੈ। ਉੱਥੇ ਤਾਂ ਪਰੀਆਂ ਕੂਲਾਂ ਉੱਤੇ ਨਹਾਉਣ ਆਉਂਦੀਆਂ ਹੋਣਗੀਆਂ। ਜੇ ਮੌਕਾ ਲੱਗਿਆ ਤਾਂ ਤੈਨੂੰ ਸਿਨੇਮਾ ਵਿਖਾਵਾਂਗਾ। ਮੈਨੂੰ ਤਾਂ ਭੁੱਖ ਵੀ ਲੱਗੀ ਹੈ। ਚੱਲ ਸਾਹਮਣੇ ਬਾਗ 'ਚ ਚੱਲਦੇ ਹਾਂ। ਕਾਂ ਉਹਨੂੰ ਇੱਕ ਬਾਗ 'ਚ ਲੈ ਗਿਆ। ਪੱਕੇ ਅੰਬ ਦੇਖ ਕੇ ਕੋਇਲ ਬੜੀ ਖੁਸ਼ ਹੋਈ। ਇੱਕ ਅੰਬ ਦੇ ਚੁੰਝ ਮਾਰੀ, ਅੰਬ ਹੇਠਾਂ ਜਾ ਡਿੱਗਿਆ। ਮਾਲੀ ਦੇ ਲੜਕੇ ਨੇ ਭੱਜ ਕੇ ਚੁੱਕ ਲਿਆ। ਅਜੇ ਖਾਣ ਹੀ ਲੱਗਿਆ ਸੀ ਕਿ ਮਾਲੀ ਨੇ ਆ ਕੇ ਉਹਦੇ ਹੱਥੋਂ ਖੋਹ ਲਿਆ। ਬੱਚਾ ਬੁੱਸ-ਬੁੱਸ ਕਰ ਰਿਹਾ ਸੀ। ਉਹਨੇ ਅੰਬ ਬੱਚੇ ਤੋਂ ਖੋਹ ਕਾਹਤੋਂ ਲਿਆ? ਕੋਇਲ ਨੇ ਹੈਰਾਨ ਹੋ ਕੇ ਪੁੱਛਿਆ। ਅਸਲ 'ਚ ਬਾਗ ਦਾ ਮਾਲਕ ਕੋਈ ਹੋਰ ਹੈ। ਪੱਕੇ ਅੰਬ ਬਾਜ਼ਾਰ 'ਚ ਵੇਚ ਕੇ ਪੈਸੇ ਉਸ ਨੂੰ ਦਿੱਤੇ ਜਾਣਗੇ। ਮਾਲੀ ਤਾਂ ਸਿਰਫ ਰਾਖੀ ਕਰਨ ਲਈ ਹੈ। ਤੇਰੇ ਦੇਸ਼ 'ਚ ਬਾਗ ਰੱਬ ਦਾ ਨਹੀਂ, ਸਗੋਂ ਕਿਸੇ ਬੰਦੇ ਦਾ ਹੁੰਦਾ ਹੈ। ਕੱਲ ਆਪਾਂ ਬਿਰਲਾ ਮੰਦਿਰ ਚੱਲਾਂਗੇ, ਕਾਂ ਨੇ ਗੱਲ ਬਦਲੀ। ਮੇਰੇ ਦੇਸ਼ ਵੀ ਇੱਕ ਸ਼ਿਵਜੀ ਦਾ ਮੰਦਿਰ ਹੈ। ਉੱਥੇ ਇੱਕ ਸਾਧੂ ਰਹਿੰਦਾ ਹੈ ਜੋ 8 ਪੈਰਾਂ 'ਚ ਸਿਰਫ ਇੱਕ ਵਾਰੀ ਆਹਾਰ ਕਰਦਾ ਹੈ। ਜੋ ਕੋਈ ਬਿਮਾਰ ਹੋ ਜਾਏ ਤਾਂ ਉਹ ਜੜੀ ਬੂਟੀ ਨਾਲ ਰਾਜ਼ੀ ਕਰ ਦਿੰਦਾ ਹੈ। ਬਿਰਲਾ ਤੇਰੇ ਦੇਸ਼ ਦਾ ਕੋਈ ਦੇਵੀ ਦੇਵਤਾ ਹੈ? ਨਹੀਂ, ਉਹ ਇੱਕ ਅਮੀਰ ਸੇਠ ਹੈ। ਸੇਠ ਦੇ ਮੰਦਿਰ 'ਚ ਆਪਾਂ ਕੀ ਕਰਨ ਜਾਣਾ? ਆਪਾਂ ਵਿਆਹ ਕਰ ਲਵਾਂਗੇ। ਨਹੀਂ ਤਾਂ ਤੈਨੂੰ ਮੇਰੇ ਨਾਲ ਫਿਰਦੀ ਵੇਖ ਲੋਕ ਗੱਲਾਂ ਬਣਾਉਣਗੇ। ਕੋਇਲ ਹੱਸ ਪਈ। ਕੀ ਗੱਲ? ਕਾਂ ਨੇ ਪੁੱਛਿਆ। ਵਿਆਹ ਕੀ ਹੁੰਦਾ? ਭਗਵਾਨ ਦੇ ਸਾਹਮਣੇ ਦੋਵੇਂ ਜਣੇ ਕਸਮ ਖਾਂਦੇ ਐ ਵੀ ਹਮੇਸ਼ਾ ਇਕੱਠੇ ਰਹਾਂਗੇ। ਜੇ ਮਨ ਨਾ ਕਰੇ ਤਾਂ ਵੀ? ਹਾਂ, ਇਹੀ ਤਾਂ ਸੱਭਿਆਚਾਰ ਹੈ, ਇਖਲਾਕ ਹੈ ਵੀ ਮਨ ਦੇ ਪਿੱਛੇ ਨਾ ਜਾਇਆ ਜਾਏ। ਇਹ ਤਾਂ ਬਹੁਤ ਬੜਾ ਝੂਠ ਹੈ ਬਈ। ਮਨ ਕਿਤੇ ਹੋਰ ਰਹੇ, ਤੁਸੀਂ ਕਿਤੇ ਹੋਰ ਰਹੋ। ਇੱਥੇ ਸਭ ਚੱਲਦਾ ਹੈ। ਤੂੰ ਤਾਂ ਕਹਿੰਦਾ ਸੀ ਇੱਥੇ ਰਾਤ ਨੂੰ ਵੀ ਹਨੇਰਾ ਨਹੀਂ ਹੁੰਦਾ। ਛੱਡ ਇਹ ਗੱਲਾਂ, ਆ ਕੋਈ ਪਿਆਰ ਮੁਹੱਬਤ ਦੀ ਗੱਲ ਕਰੀਏ। ਜਦੋਂ ਬਹਾਰ ਦੀ ਮੌਸਮ ਆਉਂਦੀ ਹੈ, ਮੇਰੇ ਦੇਸ਼ 'ਚ ਆਪਣੇ ਆਪ ਹੀ ਦਰਖਤਾਂ ਦੇ ਨਵੇਂ ਪੱਤੇ ਫੁੱਟ ਪੈਂਦੇ ਨੇ। ਬਿਨਾਂ ਹੀ ਕਿਸੇ ਦੇ ਕਿਹਾ ਫੁੱਲਾਂ ਦੇ ਬੂਟਿਆਂ ਤੇ ਡੋਡੀਆਂ ਲੱਗ ਪੈਂਦੀਆਂ ਨੇ। ਹਾਂ ਸੱਚ, ਤੂੰ ਪਿਆਰ ਮੁਹੱਬਤ ਦੀ ਗੱਲ ਕਰਦਾ ਸੀ, ਉਹ ਕੀ ਹੁੰਦਾ? ਕੋਇਲ ਨੇ ਆਪਣੇ ਖੰਭਾਂ ਉੱਤੋਂ ਲੰਬੇ ਪੰਧ ਦੀ ਗਰਦ ਝਾੜਦਿਆਂ ਪੁੱਛਿਆ। ਇਸ ਬਾਗ 'ਚ ਜਦੋਂ ਕੋਈ ਜਵਾਨ ਮੁੰਡਾ ਕਿਸੇ ਜਵਾਨ ਕੁੜੀ ਨੂੰ ਮਿਲਦਾ ਹੈ ਤੇ ਪਹਿਲੀ ਵਾਰੀ ਉਹ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਉਂਦੇ ਨੇ। ਦੂਜੀ ਵਾਰ ਮੁੰਡਾ ਕੁੜੀ ਨੂੰ ਆਖਦਾ ਤੂੰ ਬੜੀ ਸੋਹਣੀ ਹੈ। ਅਗਲੀ ਵਾਰ ਕਹਿੰਦਾ ਮੈਨੂੰ ਤੇਰੇ ਨਾਲ ਪਿਆਰ ਹੈ। ਉਹ ਤੋਂ ਅਗਲੀ ਵਾਰੀ ਪਹਿਲੇ ਤਾਂ ਉਹ ਘਰੋਂ ਦੌੜ ਜਾਂਦੇ ਹੁੰਦੇ ਸੀ, ਪਰ ਹੁਣ ਦੌੜ ਤਾਂ ਜਾਂਦੇ ਨੇ, ਪਰ ਕੁਝ ਚਿਰ ਮਗਰੋਂ ਮੁੜ ਆਉਂਦੇ ਨੇ। ਫਿਰ ਮੁੱਢੋਂ ਕੁੜੀ ਕਿਤੇ ਹੋਰ, ਮੁੰਡਾ ਕਿਤੇ ਹੋਰ। ਪਹਿਲੀ ਵਾਰੀ ਮੁਸਕਰਾਉਂਦੇ ਨੇ, ਦੂਜੀ ਵਾਰੀ, ਤੇ ਤੇਰੀ ਇਹ ਕਿੰਨਵੀਂ ਵਾਰੀ ਹੈ?
ਕੋਇਲ ਨੇ ਗੱਲ ਟੋਕ ਕੇ ਪੁੱਛਿਆ। ਤੇਰੀ ਕਸਮ, ਮੇਰੀ ਜ਼ਿੰਦਗੀ 'ਚ ਤੇਰੇ ਤੋਂ ਪਹਿਲਾਂ ਕੋਈ ਨਹੀਂ ਸੀ ਆਈ, ਕਾਂ ਨੇ ਗੰਭੀਰ ਹੋ ਕੇ ਆਖਿਆ। ਕਿ ਹਰ ਵਾਰੀ ਮੁੰਡਾ ਕੁੜੀ ਨੂੰ ਇਉਂ ਹੀ ਆਖਦਾ ਹੈ? ਦੇਖ, ਸਾਹਮਣੀ ਸੜਕ ਉੱਤੇ ਜਲੂਸ ਆ ਰਿਹਾ। ਕਾਂ ਨੇ ਗੱਲ ਬਦਲਣ ਦੇ ਖਿਆਲ ਨਾਲ ਸੜਕ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਇਹਨਾਂ ਸਭਨਾਂ ਨੂੰ ਕੀ ਹੋ ਗਿਆ? ਨਾਰੇ ਮਾਰ-ਮਾਰ ਕਮਲੇ ਹੋ ਰਹੇ ਲੋਕਾਂ ਵੱਲ ਦੇਖ ਕੇ ਕੋਇਲ ਨੇ ਹੈਰਾਨ ਹੋ ਕੇ ਪੁੱਛਿਆ। ਸਾਡੇ ਇੱਕ ਮੇਜਰ ਨੇ ਪਿਛਲੇ ਦਿਨੀ ਜਦੋਂ ਲੜਾਈ ਲੱਗੀ ਹੋਈ ਸੀ, ਦੁਸ਼ਮਣ ਦੇ ਮੈਸ ਉੱਤੇ ਬੰਬ ਸੁੱਟ ਕੇ ਉਹਨਾਂ ਦੇ 100 ਤੋਂ ਵੱਧ ਬੰਦਿਆਂ ਨੂੰ ਰੋਟੀ ਖਾਂਦਿਆਂ ਨੂੰ ਹੀ ਮਾਰ ਦਿੱਤਾ ਸੀ। ਪਿੱਛੋਂ ਭਾਵੇਂ ਉਹਨਾਂ ਨੇ ਉਹਦਾ ਜਹਾਜ਼ ਵੀ ਗਿਰਾ ਲਿਆ ਸੀ ਤੇ ਉਹ ਸ਼ਹੀਦ ਹੋ ਗਿਆ ਸੀ। ਅੱਜ ਉਹਦੇ ਬਾਪ ਨੂੰ ਤਗਮਾ ਮਿਲਿਆ। ਉਹਦਾ ਲੋਕਾਂ ਜਲੂਸ ਕੱਢਿਆ। ਕਾਂ ਨੇ ਮਾਣ ਨਾਲ ਛਾਤੀ ਫੁਲਾ ਕੇ ਦੱਸਿਆ। ਇਹ ਸ਼ਹੀਦ ਹੋਣਾ ਕੀ ਹੁੰਦਾ? ਕੋਇਲ ਨੇ ਭੋਲੇ ਭਾਅ ਪੁੱਛਿਆ। ਹੁੰਦਾ ਤਾਂ ਮਰ ਜਾਣਾ ਹੀ ਹੈ। ਪੁੱਤਰ ਵੱਟੇ, ਤਗਮਾ ਮਿਲੇ, ਤੇਰੇ ਦੇਸ਼ 'ਚ ਖੁਸ਼ੀ ਦਾ ਮੌਕਾ ਸਮਝਿਆ ਜਾਂਦਾ ਹੈ। ਨਹੀਂ, ਇਹ ਸਗੋਂ ਉਸ ਯੋਧੇ ਦਾ ਪਿਓ ਹੈ ਜਿਹਨੇ ਇਕੱਲੇ ਦੁਸ਼ਮਣ ਦੇ 100 ਤੋਂ ਵੱਧ ਬੰਦੇ ਮਾਰ ਦਿੱਤੇ ਸੀ। ਇਹਦਾ ਮਤਲਬ ਹੈ ਜਿਹੜਾ ਸਭ ਤੋਂ ਵੱਧ ਬੰਦੇ ਮਾਰੇ ਉਹਨੂੰ ਤੁਸੀਂ ਤਗਮਾ ਦਿੰਦੇ ਹੋ? ਤੂੰ ਤਾਂ ਬਿਲਕੁਲ ਹੀ ਬੁੱਧੂ ਹੈ। ਉਹ ਬੰਦੇ ਥੋੜਾ ਹੀ ਸੀ, ਦੁਸ਼ਮਣ ਸਨ, ਦੁਸ਼ਮਣ। ਉਹਨਾਂ ਨੇ ਸਾਡੀ ਧਰਤੀ ਸਾਡੇ ਕੋਲੋਂ ਖੋਹਣ ਲਈ ਸਾਡੇ ਮੁਲਕ ਉੱਤੇ ਹਮਲਾ ਕਰ ਦਿੱਤਾ ਸੀ। ਧਰਤੀ ਤੁਹਾਡੀ ਜਾਂ ਉਹਨਾਂ ਦੀ ਕਿਵੇਂ ਹੋ ਸਕਦੀ ਹੈ? ਧਰਤੀ ਤਾਂ ਸਾਰੀ ਰੱਬ ਦੀ ਹੈ। ਕਾਂ ਨੂੰ ਕੋਈ ਜਵਾਬ ਨਾ ਔੜਿਆ। ਬੜਾ ਹੁਮਸ ਹੈ ਇੱਥੇ ਤਾਂ, ਕਿਵੇਂ ਜਿਉਂਦੇ ਨੇ ਸਾਰੇ ਲੋਕ? ਕੋਇਲ ਨੇ ਧੁੱਪ ਤੋਂ ਡਰਦੀ ਨੇ ਸਾਹ ਰੋਕ ਕੇ ਖਲੋਤੀ ਹਵਾ ਵਿੱਚੋਂ ਡੂੰਘਾ ਸਾਹ ਭਰ ਕੇ ਆਖਿਆ। ਕਾਂ ਨੇ ਕੋਈ ਜਵਾਬ ਨਾ ਦਿੱਤਾ। ਕੁਝ ਨਹੀਂ ਤੇਰਾ ਦੇਸ, ਕੋਇਲ ਨੇ ਹੋ ਕਰਕੇ ਪੰਛੀਆਂ ਨੂੰ ਉਡਾਉਂਦੇ ਮਾਲੀ ਵੱਲ ਵੇਖ ਕੇ ਕਿਹਾ। ਮੇਰੇ ਦੇਸ਼ ਦੇ ਉਲਟ ਕੁਝ ਨਾ ਆਖੀ, ਨਹੀਂ ਤਾਂ ਮੈਂ ਤੈਨੂੰ ਛੱਡ ਦੇਣਾ। ਨਾਲੇ ਅਜੇ ਕਿਹੜਾ ਮੈਂ ਤੇਰੇ ਨਾਲ ਵਿਆਹ ਕੀਤਾ ਵੀ ਖਰਚੇ ਦਾ ਦਾਅਵਾ ਕਰ ਦੇਂਗੀ? ਕੋਇਲ ਉੱਚੀ ਉੱਚੀ ਹੱਸ ਪਈ। ਚੁੱਪ ਕਰ, ਜੇ ਮਾਲੀ ਨੇ ਤੇਰੀ ਆਵਾਜ਼ ਸੁਣ ਲਈ ਤਾਂ ਗੁਲੇਲਾ ਮਾਰਨਾ ਹੈ ਉਹਨੇ ਤੇਰੇ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਨੂੰ ਤੇਰੇ ਦੇਸ਼ 'ਚ ਮਾਰ ਦਿੰਦੇ ਨੇ। ਅਜੇ ਗੱਲ ਕੋਇਲ ਦੇ ਮੂੰਹ ਵਿੱਚ ਹੀ ਸੀ ਕਿ ਪੱਤਿਆਂ ਵਿੱਚੋਂ ਗੋਲੀ ਵਾਂਗ ਸ਼ੂਕਦਾ ਇੱਕ ਗੁਲੇਲਾ ਉਹਦੇ ਸਿਰ 'ਚ ਆ ਵੱਜਿਆ। ਉਹ ਲੁੜਕ ਕੇ ਜ਼ਮੀਨ ਉੱਤੇ ਆ ਡਿੱਗੀ। ਕਾਂ ਨੇ ਗਰਦਨ ਨਿਵਾ ਕੇ ਹੇਠਾਂ ਮਰੀ ਪਈ ਕੋਇਲ ਵੱਲ ਵੇਖਿਆ, ਜਿਵੇਂ ਕਹਿੰਦਾ ਹੋਵੇ, ਮੈਂ ਨਹੀਂ ਸੀ ਆਖਦਾ ਵੀ ਚੁੱਪ ਰਹੋ। ਧੰਨਵਾਦ। ਅਗਲੀ ਕਹਾਣੀ ਹੈ 1 ਤੇ 1 2, 2 ਤੇ 2 4। ਕਮਰੇ ਵਿੱਚ ਸਹਿਜੇ ਸਹਿਜੇ ਹਨੇਰਾ ਉਤਰ ਆਇਆ। ਘੁਲ ਕੇ ਗਾੜਾ ਹੋ ਗਿਆ। ਜੀਤ ਨੇ ਉੱਠ ਕੇ ਲਾਈਟ ਨਹੀਂ ਬਾਲੀ। ਪਰਲ ਪਾਲਿਸ਼ ਵਾਲੀ ਬੁੱਧ ਦੀ ਮੂਰਤੀ ਹਨੇਰੇ 'ਚ ਵੀ ਦਿਸ ਰਹੀ ਹੈ। ਜੀਤ ਨੇ ਬਾਂਹ ਵਧਾ ਕੇ ਰੇਡੀਓ ਲਗਾ ਦਿੱਤਾ। ਲਤਾ ਗਾ ਰਹੀ ਹੈ। ਨਹੀਂ, ਇਹ ਸਭ ਬਕਵਾਸ ਹੈ, ਜੀਤ ਨੇ ਖਿਝ ਕੇ ਆਖਿਆ ਤੇ ਰੇਡੀਓ ਬੰਦ ਕਰ ਦਿੱਤਾ। ਬਾਰੀ ਵਿੱਚੋਂ ਦੂਰ ਵਸਦੇ ਸ਼ਹਿਰ ਦੀਆਂ ਬੱਤੀਆਂ ਦਿਸ ਰਹੀਆਂ ਸਨ। ਹਨੇਰੇ ਵਿੱਚ ਹੀ ਰਾਹ ਟੋਲਦਾ ਇੱਕ ਟਟੈਣਾ ਕਮਰੇ ਦੇ ਅੰਦਰ ਲੰਘ ਆਇਆ। ਹੁਣ ਬੜੇ ਆਰਾਮ ਨਾਲ ਟਟੈਣਾ ਫਿਰ ਰਿਹਾ ਸੀ। ਜੀਤ ਨੇ ਉੱਠ ਕੇ ਲਾਈਟ ਬਾਲ ਲਈ, ਪੈਡ ਪੈਨ ਲਿਆ ਤੇ ਖਤ ਲਿਖਣ ਲੱਗੀ। ਤੂੰ ਸਮਝਦਾ ਹੈ? ਨਹੀਂ। ਕਿੰਨਾ ਚਿਰ ਉਹ ਫਿਕਰਾ ਸੋਚਦੀ ਰਹੀ। ਫਿਰ ਜੋ ਕੁਝ ਲਿਖਿਆ ਸੀ ਉਹ ਵੀ ਫਾੜ ਕੇ ਬਾਰੀ ਚੋਂ ਕਮਰੇ ਤੋਂ ਬਾਹਰ ਸੁੱਟ ਦਿੱਤਾ। ਕਾਗਜ਼ ਦੇ ਨਿੱਕੇ ਟੁਕੜਿਆਂ ਨੂੰ ਹੌਲੀ ਹੇਠਾਂ ਸੜਕ ਉੱਤੇ ਪਹੁੰਚਦਿਆਂ ਤੱਕ ਉਹ ਖੜੀ ਦੇਖਦੀ ਰਹੀ। ਹੇਠਾਂ ਗੈਲਰੀ 'ਚ ਟੈਲੀਫੋਨ ਖੜਕਿਆ। ਉਹ ਅੱਧੀਆਂ ਪੌੜੀਆਂ ਲੈ ਆਈ ਜਦੋਂ ਉਹਦੇ ਭਰਾ ਨੇ ਆਵਾਜ਼ ਦੇ ਕੇ ਕਿਹਾ, ਜੀਤ ਤੇਰਾ ਫੋਨ। ਦੱਸੋ। ਜੀਤ ਨੇ ਰਿਸੀਵਰ ਚੁੱਕ ਕੇ ਕਿਹਾ, ਕੱਲ ਵਿਹਲੇ ਹੋਗੇ ਸ਼ਾਮ ਨੂੰ? ਕੀ ਗੱਲ? ਗੱਲ ਤਾਂ ਕੋਈ ਨਹੀਂ, ਮੈਂ ਤਾਂ ਹਮੇਸ਼ਾ ਹੀ ਵਿਹਲੀ ਹੁੰਦੀ ਹਾਂ, ਸਿਰਫ ਤੁਸੀਂ ਵਿਹਲੇ ਨਹੀਂ ਹੁੰਦੇ ਅੱਜ ਕੱਲ। ਕੱਲ ਸ਼ਾਮ ਨੂੰ 4 ਵਜੇ ਮੋਤੀ ਮਹਿਲ ਆ ਸਕੋਗੇ? ਤੁਸੀਂ ਆਪਣੀ ਸਹੇਲੀ ਤੋਂ ਪੁੱਛ ਲਿਆ ਹੋਇਆ? ਉਹ ਨਾਰਾਜ਼ ਤੇ ਨਹੀਂ ਹੋ ਜਾਏਗੀ? ਕਿਉਂ ਮਜ਼ਾਕ ਕਰਦੇ ਹੋ? ਕੱਲ ਸ਼ਾਮ ਯਾਦ ਰੱਖਣਾ। ਮੈਂ ਨਹੀਂ ਜਾਵਾਂਗੀ। ਰਿਸੀਵਰ ਰੱਖਣ ਤੋਂ ਪਿੱਛੋਂ ਜੀਤ ਨੇ ਜਿਵੇਂ ਆਪਣੇ ਆਪ ਨੂੰ ਆਖਿਆ। ਕਿਹਦਾ ਫੋਨ ਸੀ? ਮਾਂ ਨੇ ਦੂਰੋਂ ਹੀ ਉਹਦੇ ਮੂੰਹ ਵੱਲ ਦੇਖ ਕੇ ਪੁੱਛਿਆ। ਜੀਤ ਨੇ ਕੋਈ ਉੱਤਰ ਨਾ ਦਿੱਤਾ। ਪੌੜੀਆਂ ਚੜ੍ਹਨ ਲੱਗੀ। ਹੁਣ ਰੋਟੀ ਖਾ ਕੇ ਉੱਪਰ ਜਾਈ, ਉਹਦੀ ਮਾਂ ਬੋਲੀ। ਮੈਨੂੰ ਭੁੱਖ ਨਹੀਂ। 30 ਦਿਨ ਇਹਦੀ ਭੁੱਖ ਨੂੰ ਹੀ ਖਬਰ ਨਹੀਂ ਕੀ ਹੋਇਆ ਰਹਿੰਦਾ। ਜੀਤ ਆਪਣੇ ਕਮਰੇ ਵੱਲ ਜਾਣ ਦੀ ਥਾਂ ਧੁਰ ਛੱਤ ਤੇ ਆ ਗਈ। ਅਸਮਾਨ ਵੱਲ ਦੇਖਿਆ। ਘਟਾ ਟੋਪ ਹੋਈ ਪਈ ਸੀ। ਬੱਦਲ ਵਰਨ ਨੂੰ ਤਿਆਰ ਸੀ। ਹਵਾ ਜਿਵੇਂ ਸਾਹ ਰੋਕੀ ਖੜੋਤੀ ਹੋਈ। ਜੀਤ ਨੂੰ ਆਪਣਾ ਸਾਹ ਵੀ ਧੁਰ ਕਾਲਜੇ ਦੇ ਹੇਠਾਂ ਕਿਧਰੇ ਡੁੱਬਦਾ ਪ੍ਰਤੀਤ ਹੋਇਆ। ਸ਼ਾਇਦ ਪੌੜੀਆਂ ਚੜ੍ਹ ਕੇ ਆਈ ਕਰਕੇ ਉਹਨੇ ਡੂੰਘਾ ਸਾਹ ਭਰੇ। ਹੱਥਾਂ ਪੈਰਾਂ ਦੀਆਂ ਤਲੀਆਂ 'ਚੋਂ ਸੇਕ ਨਿਕਲ ਰਿਹਾ ਸੀ। ਉਹ ਚੱਪਲਾਂ ਉਤਾਰ ਕੇ ਨੰਗੇ ਪੈਰੀਂ ਕੋਠੇ ਤੇ ਫਿਰਨ ਲੱਗੀ।
ਇੱਕਾ ਇੱਕ ਉਹਨੂੰ ਆਪਣੇ ਨਿੱਕੇ ਜਿਹੇ ਸਫੈਦ ਜੱਤ ਵਾਲੇ ਕੁੱਤੇ ਜਿਪਸੀ ਦਾ ਖਿਆਲ ਆਇਆ, ਜਿਹੜਾ ਬਗੀਚੀ ਚੋਂ ਸੱਪ ਲੜ ਜਾਣ ਕਰਕੇ ਮਰ ਗਿਆ ਸੀ। ਅੱਗੇ ਜਦੋਂ ਵੀ ਕਦੇ ਉਹਨੂੰ ਆਪਣਾ ਦਮ ਘੁੱਟਦਾ ਪ੍ਰਤੀਤ ਹੁੰਦਾ, ਉਹ ਕੋਠੇ ਉੱਤੇ ਆ ਜਾਂਦੀ ਤੇ ਜਿਪਸੀ ਆਪ ਹੀ ਮਗਰ ਮਗਰ ਤੁਰ ਆਉਂਦਾ। ਅੱਜ ਜਦੋਂ ਉਹ ਕਾਲਜ ਤੋਂ ਆਈ ਤਾਂ ਜਿਪਸੀ ਘੜੀਆਂ ਪਲਾਂ ਉੱਤੇ ਸੀ, ਗਰਦਨ ਸੁੱਟੀ ਪਿਆ ਸੀ, ਮੂੰਹ ਚੋਂ ਝੱਗ ਜਾ ਰਹੀ ਸੀ। ਜਿਪਸੀ, ਜੀਤ ਨੇ ਉਹਦੇ ਕੋਲ ਬੈਠ ਕੇ ਉਹਦੇ ਸਿਰ ਉੱਤੇ ਹੱਥ ਫੇਰ ਕੇ ਬੁਲਾਇਆ। ਜਿਪਸੀ ਨੇ ਮਿਚਦੀਆਂ ਜਾ ਰਹੀਆਂ ਅੱਖਾਂ ਪੂਰੀਆਂ ਖੋਲ ਕੇ ਉਸ ਵੱਲ ਦੇਖਿਆ। ਸਾਰਾ ਤਾਣ ਲਾ ਕੇ ਗਰਦਨ ਚੁੱਕੀ ਤੇ ਮੂਹਰਲੀਆਂ ਲੱਤਾਂ ਵੀ ਹਿੱਲੀਆਂ ਜਿਵੇਂ ਉੱਠਣ ਲੱਗਿਆ ਹੋਵੇ, ਪਰ ਉੱਥੇ ਡਿੱਗ ਪਿਆ ਤੇ ਮਰ ਗਿਆ। ਉਹਦੀਆਂ ਅੱਖਾਂ ਅਜੇ ਵੀ ਖੁੱਲੀਆਂ ਸਨ, ਉਹਦੇ ਕੋਇਆਂ 'ਚ ਪਾਣੀ ਸੀ। ਛੱਡ ਪਰੇ, ਮੈਂ ਤੁਹਾਨੂੰ ਇਦੋਂ ਵੀ ਵਧੀਆ ਕੁੱਤਾ ਲਿਆ ਦਿਆਂਗਾ, ਜੀਤ ਦੇ ਭਰਾ ਨੇ ਉਹਦਾ ਉਤਰਿਆ ਮੂੰਹ ਦੇਖ ਕੇ ਕਿਹਾ। ਤੇ ਅਵਤਾਰ ਨੇ ਵੀ ਕਿਸੇ ਹੋਰ ਕੁੜੀ ਨੂੰ ਜਿਹਦਾ ਨਾਂ ਮਨੋਰਮਾ ਸੀ ਆਪਣੀ ਸਹੇਲੀ ਬਣਾ ਲਿਆ। ਸੋਚਦਿਆਂ ਜੀਤ ਨੇ ਮੁੜ ਚੱਪਲਾਂ ਪੈਰਾਂ 'ਚ ਪਾ ਲਈਆਂ। ਪਰ ਉਹਨੇ ਉਹ ਸਭ ਕੁਝ ਮੈਨੂੰ ਕਿਉਂ ਦੱਸਿਆ? ਕਹਿੰਦਾ ਸੀ ਤੇਰੇ ਕੋਲੋਂ ਮੈਂ ਕੁਝ ਨਹੀਂ ਲੁਕਾਉਂਦਾ, ਜਿੱਥੇ ਮਰਜ਼ੀ ਧੱਕੇ ਖਾਂਦਾ ਫਿਰੇ, ਮੈਨੂੰ ਕੀ? ਸੋਚਦੀ ਉਹ ਪੌੜੀਆਂ ਲੈ ਆਈ। ਨੌਕਰ ਰੇਡੀਓ ਉੱਤੇ ਦੁੱਧ ਦਾ ਗਲਾਸ ਰੱਖ ਗਿਆ ਸੀ। ਉਹਦੇ ਦੇਖਦਿਆਂ ਬਾਰੀ ਚੋਂ ਟੱਪ ਕੇ ਬਿੱਲੀ ਅੰਦਰ ਆਈ। ਉਸ ਵੱਲ ਝਾਕਦੀ ਝਾਕਦੀ ਮੇਜ਼ ਉੱਤੇ ਚੜ ਬੈਠੀ। ਜੱਕੋ ਤੱਕੀ ਕਰਦੀ ਦੁੱਧ ਪੀਣ ਜਾ ਲੱਗੀ। ਜੀਤ ਉਹਨੂੰ ਦੁੱਧ ਪੀਂਦੀ ਨੂੰ ਚੁੱਪਚਾਪ ਤੱਕਦੀ ਰਹੀ। ਬੜੇ ਆਰਾਮ ਨਾਲ ਦੁੱਧ ਪੀ ਕੇ ਬਿੱਲੀ ਜਿੱਧਰੋਂ ਆਈ ਸੀ ਉਧਰ ਨੂੰ ਮੁੜ ਗਈ। ਜੀਤ ਨੇ ਅਲਮਾਰੀ ਚੋਂ ਜਿਹੜੀ ਮੂਹਰੇ ਆਈ ਕਿਤਾਬ ਕੱਢ ਲਈ। ਇਹ ਜਾਪਾਨੀ ਨਾਟਕਾਂ 5 ਮਾਡਰਨ ਨੋ ਪਲੇਜ਼ ਬਾਈ ਯੂਕਿਓ ਮਿਸ਼ਿਮਾ ਦੀ ਕਿਤਾਬ। ਜਿਸ ਸਫ਼ੇ ਤੋਂ ਖੁੱਲੀ ਉੱਥੇ 90-95 ਸਾਲ ਦੀ ਇੱਕ ਬੁੱਢੀ ਇੱਕ ਕਵੀ ਨੂੰ ਆਖ ਰਹੀ ਸੀ, ਮੈਨੂੰ ਖੂਬਸੂਰਤ ਆਖਣ ਵਾਲੇ ਲੋਕ ਮਰ ਗਏ ਹਨ। ਜੋ ਕੋਈ ਵੀ ਮੈਨੂੰ ਖੂਬਸੂਰਤ ਆਖਦਾ ਹੈ ਉਹੀ ਮਰ ਜਾਂਦਾ ਹੈ, ਇਸ ਲਈ ਤੂੰ ਨਾ ਆਖੀ ਕਿ ਮੈਂ ਖੂਬਸੂਰਤ ਹਾਂ। ਕਿਤਾਬ ਬੰਦ ਕਰਕੇ ਹੱਥ 'ਚ ਫੜੀ ਜੀਤ ਨੇ ਫਿਕਰਾ ਮਨ 'ਚ ਦੁਹਰਾਇਆ, ਜੋ ਵੀ ਮੈਨੂੰ ਖੂਬਸੂਰਤ ਆਖਦਾ ਉਹੀ ਮਰ ਜਾਂਦਾ ਹੈ। ਅੱਜ ਜਿਪਸੀ ਮਰ ਗਿਆ। ਜਾਪਾਨੀ ਨਾਟਕਾਂ ਦੀ ਨਾਇਕਾ ਨਾਲ ਜਿਵੇਂ ਉਹਨੇ ਆਪਣੀ ਗੱਲ ਛੋਈ। ਇੱਕ ਸੁਖਜੀਤ ਹੁੰਦਾ ਸੀ, ਕਈ ਵਰੇ ਹੋਏ ਉਹ ਵਲੈਤ ਪੜ੍ਹਨ ਗਿਆ ਸੀ, ਮੁੜ ਕੇ ਨਹੀਂ ਆਇਆ। ਕੁਝ ਸੁਪਨੇ ਮੇਰੇ ਕੋਲ ਛੱਡ ਗਿਆ ਸੀ, ਸਮਝ ਨਹੀਂ ਆਉਂਦੀ ਉਹਨਾਂ ਦਾ ਕੀ ਕਰਾਂ। ਇੱਕ ਮੇਰੀ ਸਹੇਲੀ ਸੀ ਕਿਰਨ, ਉਹ ਕਰੰਟ ਲੱਗ ਕੇ ਮਰ ਗਈ ਸੀ। ਮੈਂ ਸੋਚਦੀ ਹਾਂ ਸਾਰੀ ਦੁਨੀਆ ਵਿੱਚੋਂ ਉਸੇ ਨੂੰ ਕਰੰਟ ਲੱਗਣਾ ਸੀ। ਇੱਕ ਸੀ ਰਵੀ, ਜਿਹੜਾ ਕਹਿੰਦਾ ਸੀ ਮੈਂ ਸੁਖਜੀਤ ਵਰਗਾ ਨਹੀਂ, ਮੈਂ ਹਮੇਸ਼ਾ ਤੇਰੇ ਕੋਲ ਰਹਾਂਗਾ। ਉਹ ਫੌਜ 'ਚ ਭਰਤੀ ਹੋ ਗਿਆ ਸੀ ਤੇ ਚੀਨੀ ਹਮਲੇ ਵੇਲੇ ਦਾ ਲਾਪਤਾ ਹੈ। ਹਾਂ, ਮੇਰਾ ਇੱਕ ਵੱਡਾ ਭਰਾ ਵੀ ਹੈ, ਪਰ ਭਾਬੀ ਉਹਨੂੰ ਸਾਡੇ ਨਾਲ ਵਰਤਣ ਨਹੀਂ ਦਿੰਦੀ। ਤੇ ਅਵਤਾਰ, ਮੈਂ ਸੋਚਿਆ ਸੀ ਇੱਥੇ ਇਹਦਾ ਘਰ ਹੈ, ਨੌਕਰੀ ਹੈ, ਬਾਲ ਬੱਚੇ ਹਨ। ਮੇਰੀ ਖਾਤਰ ਨਾ ਸਹੀ, ਉਹਨਾਂ ਦੀ ਖਾਤਰ ਤਾਂ ਇੱਥੇ ਰਹੇਗਾ। ਪਰ ਜਾਪਾਨੀ ਨਾਟਕ ਦੀ ਨਾਇਕਾ ਤਾਂ ਲੋਕਾਂ ਦੀਆਂ ਪੀ ਕੇ ਸੁੱਟੀਆਂ ਸਿਗਰਟਾਂ ਦੇ ਟੋਟੇ ਗਿਣ ਰਹੀ ਸੀ। 1 ਤੇ 1 2, 2 ਤੇ 2 4, 1 ਤੇ 1 2, 2 ਤੇ 2 4। ਉਹਦਾ ਜੀਤ ਦੀ ਗੱਲ ਵੱਲ ਜਿਵੇਂ ਕੋਈ ਧਿਆਨ ਨਹੀਂ ਸੀ। ਕੱਲ ਦੇ 4 ਵਜਣ 'ਚ ਅਜੇ 17 ਘੰਟੇ ਬਾਕੀ ਸਨ, ਪਰ ਜੀਤ ਅਵਤਾਰ ਨਾਲ ਗੱਲਾਂ 'ਚ ਹੋ ਬੈਠੀ ਸੀ। ਵਕਤ ਲੰਘਦੇ ਦਾ ਪਤਾ ਨਾ ਲੱਗੇ, ਇਸ ਖਿਆਲ ਨਾਲ ਉਹਨੇ ਨੀਂਦ ਦੀਆਂ ਗੋਲੀਆਂ ਖਾਧੀਆਂ, ਪਾਣੀ ਦਾ ਭਰ ਕੇ ਗਲਾਸ ਪੀਤਾ ਤੇ ਪੱਖਾ ਤੇਜ਼ ਕਰਕੇ ਕਮਰੇ ਦੇ ਅੰਦਰ ਹੀ ਪੈ ਗਈ। ਟਿਊਬ ਦੀ ਲਾਈਟ ਬੁੱਝ ਜਾਣ ਪਿੱਛੋਂ ਹੀ ਉਹ ਸਿਰਿਆਂ ਉੱਤੋਂ ਜਗ ਬੁਝ ਰਹੀ ਸੀ। ਭਾਵੇਂ ਗੋਲੀਆਂ ਖਾ ਕੇ ਸੁੱਤੀ ਸੀ, ਫਿਰ ਵੀ ਸਵੇਰੇ ਉਹਨੂੰ ਜਾਗ ਆ ਗਈ। ਸ਼ਾਇਦ ਉਹਨੇ ਰੋਟੀ ਨਹੀਂ ਸੀ ਖਾਧੀ। ਕਾਲਜੇ 'ਚ ਖੋਜ ਹੀ ਪਈ, ਪਰ ਅਜੇ ਤਾਂ ਸਭ ਸੁੱਤੇ ਪਏ ਸਨ, ਚਾਹ ਵੀ ਨਹੀਂ ਸੀ ਮਿਲ ਸਕਦੀ। ਉਹਦਾ ਮਨ ਕੀਤਾ ਬਗੀਚੀ 'ਚ ਤਰੇਲ ਵਾਲੇ ਘਾਹ ਉੱਤੇ ਨੰਗੇ ਪੈਰੀਂ ਫਿਰੇ। ਉਹਦੇ ਧੁਰ ਅੰਦਰ ਕਿਧਰੇ ਕੁਝ ਠੰਡ ਸ਼ਾਇਦ ਉੱਥੇ ਪਹੁੰਚੇ, ਪਰ ਉਹਨੂੰ ਯਾਦ ਆਇਆ ਬਗੀਚੀ ਵਿੱਚੋਂ ਕੱਲ ਜਿਪਸੀ ਦੇ ਸੱਪ ਲੜ ਗਿਆ। ਚੱਲ ਚੰਗਾ, ਛੁੱਟੀ ਹੋਏਗੀ, ਉਹਦੇ ਮਨ 'ਚ ਜਿਵੇਂ ਕਿਸੇ ਨੇ ਕਿਹਾ। ਪਰ ਅੱਜ 4 ਵਜੇ ਤਾਂ ਅਵਤਾਰ ਨੂੰ ਮਿਲਣ ਜਾਣਾ ਹੈ। ਉਹਦੇ ਜਿਉਣ ਲਈ ਬੜੀ ਤਕੜੀ ਗੱਲ ਜਿਵੇਂ ਅਜੇ ਬਾਕੀ ਸੀ। ਦੁਪਹਿਰ ਤੱਕ ਉਹ ਕਾਲਜ ਰਹੀ। ਕਾਲਜ ਜਾਣ ਵੇਲੇ ਜਿਹੜਾ ਮਖੌਟਾ ਉਹ ਕੱਪੜਿਆਂ ਵਾਂਗ ਪਾਸ ਸਵਾਰ ਕੇ ਜਾਂਦੀ ਸੀ, ਉਹਦੇ ਸਾਰੇ ਕੰਮ ਕਰਦਾ ਰਹਿੰਦਾ। ਕਈ ਵਾਰੀ ਤਾਂ ਉਹਨੂੰ ਲੱਗਦਾ ਉਹਦੀ ਥਾਂ ਜਿਉਣ ਦਾ ਕੰਮ ਵੀ ਉਹੀ ਕਰੀ ਜਾਂਦਾ ਹੈ। ਘਰ ਆਈ ਤਾਂ ਇੱਕ ਚਿੱਠੀ ਆਈ ਪਈ ਸੀ। ਖੋਲੀ, ਇੱਕੋ ਸਤਰ ਸੀ, ਮੈਂ ਤੈਨੂੰ ਪਿਆਰ ਕਰਦਾ। ਅਵਤਾਰ ਦੀ ਲਿਖਾਈ ਦੀ ਉਹਨੂੰ ਪਛਾਣ ਸੀ। ਬਾਹਰਲੇ ਮੁਲਕ ਤੋਂ ਇਹ ਚਿੱਠੀ ਆਈ ਨਹੀਂ ਸੀ। ਕੌਣ ਹੋ ਸਕਦਾ? ਉਹਨੂੰ ਕਿਸੇ ਵੀ ਮੂੰਹ ਦਾ ਝੋਲਾ ਨਾ ਪਿਆ। ਮੈਨੂੰ ਖੂਬਸੂਰਤ ਆਖਣ ਵਾਲੇ ਸਭ ਲੋਕ ਮਰ ਚੁੱਕੇ ਹਨ। 1 ਤੇ 1 2, 2 ਤੇ 2 4। ਜਾਪਾਨੀ ਨਾਟਕ ਦੀ ਨਾਇਕਾ ਅਜੇ ਵੀ ਜੀਤ ਦੇ ਜ਼ਹਿਨ 'ਚ ਸਿਗਰਟਾਂ ਦੇ ਟੋਟੇ ਗਿਣ ਰਹੀ ਸੀ। 2 ਵਜੇ ਤੋਂ 3:30 ਵਜੇ ਤੱਕ ਉਹ ਇਹੀ ਸੋਚਦੀ ਰਹੀ ਕਿ ਅਵਤਾਰ ਨੂੰ ਮਿਲਣ ਜਾਵਾਂ ਕਿ ਨਾ। ਹਰ ਵਾਰੀ ਉਹਨੂੰ ਲੱਗਿਆ ਉਹਨੂੰ ਨਹੀਂ ਜਾਣਾ ਚਾਹੀਦਾ,
ਪਰ 3:30 ਵਜੇ ਉਹਨੇ ਮੂੰਹ ਹੱਥ ਧੋਤਾ, ਸਾੜੀ ਬਦਲੀ, ਵਾਲ ਵਾਏ ਤੇ ਆਪਣੀ ਮਾਂ ਨੂੰ ਬਿਨਾਂ ਹੀ ਕੁਝ ਦੱਸਿਆਂ ਘਰੋਂ ਬਾਹਰ ਆ ਗਈ। ਜਦੋਂ ਮੋਤੀ ਮਹਿਲ ਪਹੁੰਚੀ ਤਾਂ ਅਵਤਾਰ ਗੇਟ ਉੱਤੇ ਹੀ ਖੜਾ ਸੀ। ਉਹਨੂੰ ਦੇਖ ਉਹ ਮੁਸਕਰਾਇਆ। ਪਲ ਦੇ ਪਲ ਲਈ ਜੀਤ ਨੂੰ ਸਭ ਗੁੱਸੇ ਗਿਲੇ ਭੁੱਲ ਗਏ ਤੇ ਜਵਾਬ ਵਿੱਚ ਉਹ ਵੀ ਮੁਸਕਰਾ ਪਈ। ਮੇਰਾ ਖਿਆਲ ਸੀ ਸ਼ਾਇਦ ਤੁਸੀਂ ਆਓ ਹੀ ਨਾ। ਆਉਣਾ ਤਾਂ ਨਹੀਂ ਸੀ ਚਾਹੀਦਾ ਪਰ ਆ ਗਈਆਂ। ਨਵੇਕਲੀ ਕੈਬਿਨ 'ਚ ਬੈਠ ਕੇ ਉਹਨਾਂ ਨੇ ਚਾਹ ਮੰਗਵਾਈ। ਚਾਹ ਬਣਾਉਂਦੀ ਜੀਤ ਨੇ ਇੱਕ ਵਾਰੀ ਵੀ ਅਵਤਾਰ ਵੱਲ ਨਾ ਵੇਖਿਆ। ਚਾਹ ਦਾ ਕੱਪ ਜਦੋਂ ਉਹਨੇ ਅਵਤਾਰ ਦੇ ਅੱਗੇ ਕੀਤਾ ਤਾਂ ਉਹਨੇ ਸਣੇ ਹੱਥ ਪਿਆਲੀ ਪਲੇਟ ਫੜ ਲਈ। ਜੀਤ ਨੇ ਪੰਗਰ ਕੇ ਉਸ ਵੱਲ ਦੇਖਿਆ ਤੇ ਉਹਦੀਆਂ ਅੱਖਾਂ ਡਬ-ਡਬਾ ਆਈਆਂ। ਚੱਲੀ, ਅਵਤਾਰ ਨੇ ਕਿਹਾ ਤੇ ਆਪਣੀ ਜੇਬ 'ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝ ਲੈਣ ਲਈ ਦਿੱਤਾ। ਸੁਣਾਓ ਕੀ ਹਾਲ ਹੈ ਤੁਹਾਡੀ ਸਹੇਲੀ ਦਾ? ਠੀਕ ਹੈ, ਅਸਲ 'ਚ ਐਡੀ ਮਾੜੀ ਔਰਤ ਨਹੀਂ ਜਿੱਡੀ ਲੋਕ ਉਹਨੂੰ ਸਮਝਦੇ ਨੇ। ਤੁਹਾਨੂੰ ਤਾਂ ਚੰਗੀ ਲੱਗਣੀ ਹੋਈ। ਕਈ ਸਾਲ ਹੋਏ ਉਹਦਾ ਘਰ ਵਾਲਾ ਕਿਸੇ ਦੀ ਕੁੜੀ ਕੱਢ ਕੇ ਕਿਧਰੇ ਨੱਸ ਗਿਆ ਹੋਇਆ ਹੈ। ਤੇਰੇ ਵਰਗੀ ਮਾਰੀ ਸ਼ਰਮ ਦੀ ਮਰ ਜਾਂਦੀ। ਪਰ ਇਹਨੇ ਦੇਖ ਲਓ, ਉਸੇ ਆਦਮੀ ਦੇ ਮਾਪਿਆਂ ਨੂੰ ਵੀ ਕੋਲ ਰੱਖਿਆ ਹੋਇਆ ਹੈ, ਨੌਕਰੀ ਕਰਕੇ ਬੱਚੇ ਵੀ ਪਾਲ ਰਹੀ ਹੈ ਤੇ ਫਿਰ ਸਾਰਾ ਦਿਨ ਹੱਸਦੀ ਦੀ ਹੱਸਦੀ। ਤੁਸੀਂ ਤਾਂ ਉਂਝ ਵੀ ਹੋਏ ਉਹਦੇ ਅਫਸਰ। ਨਹੀਂ, ਜਿਵੇਂ ਅੰਨੇ ਦੇ ਕੰਨ ਵਧੇਰੇ ਕੰਮ ਕਰਨ ਲੱਗ ਜਾਂਦੇ ਨੇ, ਉਸੇ ਤਰ੍ਹਾਂ ਉਹਦੀਆਂ ਕੁਦਰਤੀ ਭੁੱਖਾਂ ਉਹਦੀਆਂ ਅੱਖਾਂ, ਉਹਦੇ ਹੱਥਾਂ, ਉਹਦੇ ਬੋਲਾਂ, ਉਹਦੇ ਪੈਰਾਂ, ਉਹਦੇ ਵਾਲਾਂ 'ਚ ਆ ਗਈਆਂ ਹਨ। ਲੋਕ ਉੱਥੋਂ ਹੀ ਅੰਦਾਜ਼ੇ ਲਾਉਂਦੇ ਰਹਿੰਦੇ ਨੇ। ਆਪਣੀਆਂ ਅੱਖਾਂ, ਆਪਣੇ ਬੋਲਾਂ, ਆਪਣੇ ਪੈਰਾਂ, ਵਾਲਾਂ ਦੀਆਂ ਬੋਰਾਣੀਆਂ ਭਟਕਣਾ ਤੋਂ ਬੇਖਬਰ ਉਹ ਸੋਚਦੀ ਹੈ ਬੂਹੇ ਢੋਈ ਆਪਣੇ ਘਰ ਦੇ ਅੰਦਰ ਬੈਠੀ ਹੈ। ਹਾਂ ਘੜ ਦਿਓ ਉਸ ਲਈ ਇਹ ਫਿਲਾਸਫੀਆਂ, ਪਰ ਮੈਂ ਇੱਥੇ ਤੁਹਾਡੇ ਨਾਲ ਉਹਦੀਆਂ ਗੱਲਾਂ ਕਰਨ ਲਈ ਨਹੀਂ ਆਈ। ਪਰ ਉਹ ਤਾਂ ਬੜੀ ਵਾਰੀ ਤੁਹਾਡਾ ਹਾਲ ਪੁੱਛਦੀ ਰਹਿੰਦੀ ਹੈ। ਮੈਨੂੰ ਤਾਂ ਉਹ ਜਾਣਦੀ ਵੀ ਨਹੀਂ। ਮੈਂ ਦੱਸਿਆ ਸੀ ਤੁਹਾਡੇ ਬਾਰੇ। ਕੀ ਦੱਸਿਆ ਸੀ? ਇਹ ਕਿ ਤੁਸੀਂ ਬੜੇ ਡਾਢੇ ਹੋ। ਜੀਤ ਨੇ ਕੋਈ ਉੱਤਰ ਨਾ ਦਿੱਤਾ। ਅਸਲ 'ਚ ਤੁਸੀਂ ਸੱਚੀ ਮੁੱਚੀ ਕਦੇ ਕਿਸੇ ਨੂੰ ਚਾਹਿਆ ਹੀ ਨਹੀਂ ਤਾਂ ਜਿਹਨੂੰ ਤੁਸੀਂ ਸੱਚਮੁੱਚ ਚਾਹੋ ਉਹ ਤੋਂ ਕੁਝ ਛੁਪਾ ਕੇ ਜਾਂ ਬਚਾ ਕੇ ਕਿਵੇਂ ਰੱਖ ਸਕਦੇ ਹੋ? ਤੁਸੀਂ ਮੇਰੇ ਬਾਰੇ ਮੇਰੇ ਨਾਲੋਂ ਵਧੇਰੇ ਜਾਣਦੇ ਪ੍ਰਤੀਤ ਹੁੰਦੇ ਹੋ। ਉਹ ਵੀ ਕੀ ਮੁਹੱਬਤ ਹੋਈ ਕਿ ਅਗਲੇ ਨੂੰ ਭੁੱਖਿਆ ਤਰਿਆਇਆ ਹੀ ਮਾਰ ਦਿਓ। ਕੱਲ ਸਾਡੇ ਘਰ ਇੱਕ ਜੋਤਸ਼ੀ ਆਇਆ ਸੀ। ਆਖਦਾ ਸੀ ਰਵੀ ਜਿਉਂਦਾ ਹੈ ਤੇ ਕਿਧਰੇ ਕੈਦ ਹੈ। ਜੋਤਸ਼ੀ ਨੇ ਆਪਣੇ ਪੈਸੇ ਖਰੇ ਕਰਨ ਲਈ ਜੋ ਗੱਲ ਤੁਹਾਨੂੰ ਚੰਗੀ ਲੱਗਣੀ ਸੀ ਕਹਿਤੀ। ਤੁਸੀਂ ਆਪ ਸੋਚੋ ਕਿੰਨੇ ਸਾਲ ਹੋ ਗਏ ਨੇ। ਉਹਦੇ ਤਾਂ ਭਲਾ ਜਿਉਂਦੇ ਹੋਣ ਦਾ ਵੀ ਪਤਾ ਨਹੀਂ। ਹੁਣ ਸੁਖਜੀਤ ਹੈ, ਮੈਂ ਕਹਿ ਸਕਦਾ ਉਹ ਕਦੇ ਵਾਪਸ ਨਹੀਂ ਆਏਗਾ। ਜਿਹਨੇ ਵਲੈਤ ਦੀ ਜ਼ਿੰਦਗੀ ਦੇਖ ਲਈ ਉਹ ਨਹੀਂ ਮੁੜਦਾ। ਫਿਰ ਮੁੜਨ ਨੂੰ ਇੱਧਰ ਹੈ ਵੀ ਕੀ? ਇਉਂ ਨਾ ਕਹੋ। ਸੱਚ ਨੇ ਤਾਂ ਸੱਚ ਹੀ ਰਹਿਣਾ ਹੈ, ਭਾਵੇਂ ਜੋ ਮਰਜ਼ੀ ਕਹੋ। ਕੋਈ ਠੰਡੀ ਚੀਜ਼ ਮੰਗਵਾਓ ਪੀਣ ਲਈ। ਜੀਤ ਨੇ ਆਪਣੇ ਮੱਥੇ ਉੱਤੇ ਪਸੀਨੇ ਦੀਆਂ ਬੇਮਲੂਮੀਆਂ ਜਿਹੀਆਂ ਬੂੰਦਾਂ ਪੂੰਝਦਿਆਂ ਕਿਹਾ। ਅਵਤਾਰ ਨੇ ਘੰਟੀ ਵਜਾਈ। ਜੇ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਡਰਿੰਕਸ ਮੰਗਵਾ ਲਵਾਂ? ਮੇਰਾ ਵੀ ਜੀ ਅੱਜ ਬੜਾ ਉਦਾਸ ਹੈ। ਮੰਗਵਾ ਲਓ। ਵਿਸਕੀ ਆ ਗਈ, ਸੋਡਾ ਆ ਗਿਆ, ਜੀਤ ਲਈ ਕੋਕਾ ਕੋਲਾ। ਮਜ਼ਾਕ 'ਚ ਕੁਝ ਘੁੱਟਾਂ ਵਿਸਕੀ ਦੀਆਂ ਅਵਤਾਰ ਨੇ ਜੀਤ ਦੇ ਕੋਕਾ ਕੋਲੇ ਵਾਲੇ ਗਲਾਸ 'ਚ ਪਾ ਦਿੱਤੀਆਂ। ਕੀ ਕਰਦੇ ਹੋ? ਜੀਤ ਨੇ ਜ਼ਰਾ ਕੁ ਮੱਥੇ ਉੱਤੇ ਤਿਉੜੀ ਪਾ ਕੇ ਕਿਹਾ। ਮੇਰੀ ਸਹੁੰ ਲੱਗੇ, ਕਹਿੰਦੇ ਅਵਤਾਰ ਨੇ ਗਲਾਸ ਉਹਦੇ ਹੱਥ ਫੜਾ ਦਿੱਤਾ। ਜੀਤ ਦਵਾਈ ਵਾਂਗ ਇੱਕੋ ਸਾਹ ਹੀ ਤਾਂ ਪੀ ਗਈ, ਪਰ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਸੁਣਿਆ ਤੁਹਾਡੀ ਮਨੋਰਮਾ ਡਰਿੰਕ ਵੀ ਕਰਦੀ ਹੈ। ਸ਼ੇਰ ਦਿਲ ਔਰਤ ਹੈ। ਨਾਲੇ ਇਸ 'ਚ ਮਾੜੀ ਗੱਲ ਵੀ ਕੀ ਹੈ? ਵਲਾਇਤ ਵਿੱਚ ਤਾਂ ਸਾਰੀਆਂ ਔਰਤਾਂ ਪੀਂਦੀਆਂ ਨੇ। ਜੀਤ ਕਿੰਨਾ ਚਿਰ ਚੁੱਪ ਕੀਤੀ ਬੈਠੀ ਰਹੀ। 2 ਕੁ ਪੈਗ ਪੀ ਕੇ ਅਵਤਾਰ ਨੇ ਬੂਹੇ ਉੱਪਰਲਾ ਪਰਦਾ ਸਵਾਰਿਆ ਤੇ ਆਪਣੇ ਵਾਲੇ ਪਾਸਿਓਂ ਉੱਠ ਕੇ ਜੀਤ ਵੱਲ ਆ ਕੇ ਬੋਲਿਆ, ਬੈਠ ਜਾਵਾਂ? ਬੈਠ ਜਾਓ। ਜੀਤ ਨੇ ਜ਼ਰਾ ਕੁ ਪਰੇ ਨੂੰ ਸਰਕਦਿਆਂ ਕਿਹਾ। ਕੀ ਗੱਲ, ਪਿੱਟੇ ਜਾਓਗੇ? ਅਵਤਾਰ ਨੇ ਉਹਦੇ ਨਾਲ ਢੁੱਕ ਕੇ ਬੈਠਦਿਆਂ ਪੁੱਛਿਆ। ਚੰਗਾ ਤੁਸੀਂ ਕੋਕਾ ਕੋਲਾ ਪਿਲਾਇਆ, ਜਾਣੀ ਕਾਲਜਾ ਜਿਹਾ ਮੱਚਣ ਲੱਗ ਪਿਆ। ਚਲੋ ਫਿਰ ਤੁਹਾਨੂੰ ਅੱਗ ਨਾਲ ਬੁਝਾਉਣ ਦਾ ਤਰੀਕਾ ਦੱਸੀਏ। ਆਖਦਿਆਂ ਅਵਤਾਰ ਨੇ ਦੋਵਾਂ ਗਲਾਸਾਂ 'ਚ ਵਿਸਕੀ ਪਾਈ ਤੇ ਫਿਰ ਵਿੱਚ ਬਰਫ਼ ਦੀਆਂ ਡਲੀਆਂ ਪਾ ਦਿੱਤੀਆਂ। ਨਹੀਂ, ਮੈਨੂੰ ਇਹ ਨਹੀਂ ਚਾਹੀਦੀ, ਜੀਤ ਨੇ ਕਿਹਾ। ਅਵਤਾਰ ਨੇ ਉਹਦੇ ਮੋਢੇ ਦੁਆਲੇ ਬਾਂਹ ਬੁਲਾ ਕੇ ਉਹਨੂੰ ਆਪਣੇ ਨਾਲ ਘੁੱਟਿਆ ਤੇ ਕਿਹਾ, ਤੈਨੂੰ ਮੇਰੀ ਸਹੁੰ ਲੱਗੇ। ਜੀਤ ਨੇ ਇੱਕੋ ਸਾਹ ਗਲਾਸ ਖਾਲੀ ਕਰਕੇ ਰੱਖ ਦਿੱਤਾ। ਕੁਝ ਚਿਰ ਮਗਰੋਂ ਉਹਨੂੰ ਚੱਕਰ ਆਉਣ ਲੱਗ ਪਏ। ਉਹ ਅਵਤਾਰ ਦੇ ਮੋਢੇ ਨਾਲ ਲੱਗ ਕੇ ਜਿਵੇਂ ਸੌਂ ਚੱਲੀ ਸੀ। ਘਰ ਚੱਲੀਏ? ਅਵਤਾਰ ਨੇ ਪੁੱਛਿਆ। ਨਹੀਂ, ਜੀਤ ਨੇ ਲਾਲ ਹੋਈਆਂ ਅੱਖਾਂ ਨਾਲ ਉਸ ਵੱਲ ਤੱਕ ਕੇ ਕਿਹਾ। ਚੰਗਾ, ਫਿਰ ਮੈਂ ਆਪਣੀ ਉਹ ਸਹੇਲੀ ਮਨੋਰਮਾ ਨੂੰ ਲੈ ਜਾਵਾਂਗਾ। ਅਵਤਾਰ ਨੇ ਝੂਠੀ ਮੁੱਠੀ ਦਾ ਮਖੌਲ ਕੀਤਾ ਤੇ ਨਾਲ ਹੀ ਜੀਤ ਦਾ ਸਿਰ ਆਪਣੇ ਮੋਢੇ ਨਾਲੋਂ ਜ਼ਰਾ ਕੁ ਪਰੇ ਹਟਾਇਆ। ਜੇ ਭਲਾ ਅੱਜ ਘਰ ਜਾਂਦੀ ਨੂੰ ਸੁਖਜੀਤ ਆਇਆ ਬੈਠਾ ਹੋਵੇ। ਜੀਤ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ। ਇਹ ਵੀ ਕੋਈ ਪਰੀ ਕਥਾ ਹੈ ਕਿ ਐਨ ਮੌਕੇ ਤੇ ਸ਼ਹਿਜ਼ਾਦਾ ਪਹੁੰਚ ਜਾਏਗਾ?
ਤੂੰ ਹੁਣ ਉਹਦਾ ਖਿਆਲ ਛੱਡ ਦੇ। ਉਹਨੇ ਕਦੋਂ ਦਾ ਕਿਸੇ ਮੇਮ ਨਾਲ ਵਿਆਹ ਕਰ ਲਿਆ ਹੋਣਾ। ਤੂੰ ਵੀ ਵਿਆਹ ਕਰ ਲੈ। ਕਿਸ ਨਾਲ? ਕਿਸੇ ਨਾਲ ਵੀ। ਜੇ ਮੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਮੈਂ ਜ਼ਰੂਰ ਕਰ ਲੈਂਦਾ। ਮੈਂ ਰਵੀ ਨੂੰ ਵੀ ਸੁਖਜੀਤ ਬਾਰੇ ਸਭ ਕੁਝ ਦੱਸ ਦਿੱਤਾ ਸੀ, ਤੁਹਾਨੂੰ ਰਵੀ ਤੇ ਸੁਖਜੀਤ ਦੋਵਾਂ ਬਾਰੇ। ਇਸੇ ਲਈ ਤਾਂ ਮਨੋਰਮਾ ਬਾਰੇ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਛੁਪਾਇਆ। ਉਂਝ ਛੁਪਾਉਣ ਵਾਲਾ ਕੁਝ ਹੈ ਵੀ ਨਹੀਂ ਸੀ। ਤੁਹਾਨੂੰ ਸੱਚਮੁੱਚ ਉਹ ਚੰਗੀ ਲੱਗਦੀ ਹੈ? ਹਾਂ। ਦੂਜੀ ਇਹ ਵੀ ਗੱਲ ਹੈ ਕਿ ਮੈਂ ਜਾਣਦਾ ਤੁਸੀਂ ਇੱਕ ਨਾ ਇੱਕ ਦਿਨ ਮੈਨੂੰ ਛੱਡ ਜਾਓਗੇ। ਮੇਰੇ ਕੋਲ ਕੁਝ ਵੀ ਤਾਂ ਤੁਹਾਨੂੰ ਦੇਣ ਲਈ ਨਹੀਂ। ਇਸ ਹਾਰ ਤੋਂ ਬਚਣ ਲਈ ਇਹ ਇੱਕ ਝੂਠਾ ਉਪਰਾਲਾ ਹੈ। ਜੀਤ ਨੇ ਕੋਈ ਉੱਤਰ ਨਾ ਦਿੱਤਾ। ਉਹ ਬਿਟ ਅਵਤਾਰ ਦੇ ਮੂੰਹ ਵੱਲ ਤੱਕਦੀ ਰਹੀ। ਚੱਲੀਏ? ਹਾਂ। ਉੱਠ ਖੜੇ ਹੋਏ। ਬਾਹਰ ਹਾਲ 'ਚ ਬੈਠੇ ਲੋਕਾਂ ਵੱਲ ਨਾ ਤੱਕਦਾ ਹੋਇਆ ਅਵਤਾਰ ਹੋਟਲ ਤੋਂ ਬਾਹਰ ਗਿਆ। ਉਹਦੇ ਪਿੱਛੇ ਆ ਰਹੀ ਜੀਤ ਇੱਕ ਥਾਂ ਅੜਕ ਕੇ ਡਿੱਗਦੀ ਬਚੀ। ਕਾਰ 'ਚ ਬੈਠ ਕੇ ਫਿਰ ਅਵਤਾਰ ਨੇ ਉਹਦਾ ਹੱਥ ਘੁੱਟਦਿਆਂ ਪੁੱਛਿਆ, ਘਰ ਚੱਲੋਗੇ? ਕਿਹੜੇ ਘਰ? ਮੇਰੇ ਘਰ। ਤੁਹਾਡੀ ਬੀਵੀ? ਉਹ ਬੱਚਿਆਂ ਸਮੇਤ ਪੇਕੇ ਗਈ ਹੋਈ ਹੈ ਤੇ ਤੁਹਾਡੀ ਉਹ ਸਹੇਲੀ ਤੁਹਾਡੇ ਨਾਲ ਤੁਹਾਡੇ ਘਰ ਚਲੀ ਜਾਂਦੀ ਹੈ? ਹਾਂ। ਉਹ ਤੁਹਾਡੇ ਵਾਂਗ ਮੈਨੂੰ ਐਡਾ ਬੁਰਾ ਬੰਦਾ ਨਹੀਂ ਸਮਝਦੀ। ਬੁਰਾ ਬੰਦਾ ਤਾਂ ਮੈਂ ਵੀ ਨਹੀਂ ਸਮਝਦੀ। ਮੈਨੂੰ ਜਾਣੀ ਕਾਸੇ ਦੀ ਸਮਝ ਹੀ ਨਹੀਂ ਲੱਗਦੀ। ਆਪਣੇ ਘਰ ਚੱਲ ਕੇ ਮੈਂ ਸਿਰਫ ਵੇਖਣਾ ਚਾਹੁੰਦਾ, ਜੇ ਤੂੰ ਮੇਰੀ ਹੁੰਦੀ ਤਾਂ ਕਿਵੇਂ ਮਹਿਸੂਸ ਹੁੰਦਾ। ਹੁਣ ਤੁਹਾਡੀ ਨਹੀਂ। ਫਿਰ ਐਡਾ ਸ਼ੱਕ ਸੰਕੋਚ ਕਿਉਂ? ਇੱਕ ਸ਼ਰਤ ਤੇ ਜਾ ਸਕਦੀ ਹਾਂ। ਮੈਨੂੰ 100 ਸ਼ਰਤ ਵੀ ਮਨਜ਼ੂਰ ਹੈ। ਆਪਣੀ ਉਸ ਸਹੇਲੀ ਨਾਲ ਬੋਲਣਾ ਛੱਡ ਦਿਓਗੇ? ਮੈਂ ਕਸਮ ਖਾਨਾ। ਕਹਿੰਦਿਆਂ ਕਾਰ ਉਹਨੇ ਆਪਣੇ ਘਰ ਵੱਲ ਮੋੜ ਲਈ। ਜੀਤ ਨੇ ਸਵਾਰ ਕੇ ਉਸ ਵੱਲ ਦੇਖਿਆ। ਉਹ ਮੁਸਕਰਾ ਪਿਆ। ਘਰ ਆ ਗਿਆ। ਅਵਤਾਰ ਨੇ ਦੁਲਹਨ ਵਾਂਗ ਜੀਤ ਦਾ ਹੱਥ ਫੜ ਕੇ ਕਾਰ 'ਚੋਂ ਉਹਨੂੰ ਉਤਾਰਿਆ। ਜੰਦਰਾ ਖੋਲਿਆ, ਸਿੱਧਾ ਉਹਨੂੰ ਸੌਣ ਵਾਲੇ ਕਮਰੇ 'ਚ ਹੀ ਲੈ ਗਿਆ। ਬੱਤੀ ਬਲੀ ਤੇ ਬੁਝ ਗਈ। ਉਹਨੂੰ ਘਰ ਛੱਡਣ ਆ ਰਿਹਾ ਉਹ ਕਹਿ ਰਿਹਾ ਸੀ, ਮੈਨੂੰ ਨਹੀਂ ਸੀ ਪਤਾ ਤੇਰੇ ਅੰਦਰ ਇੰਨੀ ਅੱਗ ਹੈ ਤੇ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈ। ਮੈਂ ਤੇਰਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਸਮਝਦਾ ਸੀ ਹੁਣ ਤਾਂ ਮੈਂ ਤੈਨੂੰ ਸੱਚੀ ਮੁੱਚੀ ਦੀ ਕਸਮ ਖਾ ਕੇ ਆਖਦਾ ਕਿ ਉਸ ਆਪਣੀ ਸਹੇਲੀ ਨਾਲ ਤਾਂ ਕਿ ਕਿਸੇ ਵੀ ਹੋਰ ਔਰਤ ਨਾਲ ਕਦੇ ਗੱਲ ਨਹੀਂ ਕਰਾਂਗਾ। ਜੀਤ ਸ਼ਾਇਦ ਕੁਝ ਵੀ ਨਹੀਂ ਸੀ ਸੁਣ ਰਹੀ। ਉਹਨੇ ਕੋਈ ਉੱਤਰ ਨਾ ਦਿੱਤਾ। ਅਵਤਾਰ ਉਹਨੂੰ ਗੇਟ ਉੱਤੇ ਹੀ ਛੱਡ ਕੇ ਮੁੜ ਆਇਆ। ਬਗੀਚੇ ਵਿੱਚੋਂ ਦੀ ਲੰਘਦੀ ਨੂੰ ਰਾਤ ਰਾਣੀ ਦੇ ਫੁੱਲਾਂ ਦੀ ਮਹਿਕ ਆਈ, ਪਰ ਨਾਲ ਹੀ ਉਹਨੂੰ ਯਾਦ ਆਇਆ ਬਗੀਚੇ ਵਿੱਚੋਂ ਜਿਪਸੀ ਨੂੰ ਸੱਪ ਲੜ ਗਿਆ ਸੀ। ਕਿੱਥੇ ਗਈ ਸੀ? ਪਿੱਛੋਂ ਤੇਰੀ ਟਰੰਕ ਕਾਲ ਆਈ ਸੀ। ਬਾਹਰ ਵੜਦੀ ਨੂੰ ਉਹਦੇ ਭਰਾ ਨੇ ਕਿਹਾ। ਕਿੱਥੋਂ? ਇਹ ਤਾਂ ਅਗਲੇ ਨੇ ਦੱਸਿਆ ਨਹੀਂ, ਮੈਂ ਪੁੱਛਿਆ ਵੀ ਸੀ। ਰਿਸੀਵਰ ਚੁੱਕ ਕੇ ਐਕਸਚੇਂਜ ਤੋਂ ਜੀਤ ਨੇ ਪੁੱਛਿਆ, 432 ਨੰਬਰ ਉੱਤੇ ਜਿਹੜੀ ਟਰੰਕ ਕਾਲ ਆਈ ਸੀ ਕਿੱਥੋਂ ਸੀ? ਸੌਰੀ ਮੈਡਮ, ਮੈਂ ਤਾਂ ਅਜੇ ਹੁਣੇ ਡਿਊਟੀ ਉੱਤੇ ਆਇਆ, ਮੈਨੂੰ ਨਹੀਂ ਪਤਾ। ਵਲੈਤ ਤੋਂ ਤਾਂ ਨਹੀਂ ਸੀ? ਸੌਰੀ, ਮੈਨੂੰ ਨਹੀਂ ਪਤਾ। ਜੀਤ ਨੇ ਲੰਬਾ ਸਾਹ ਭਰਿਆ ਤੇ ਰਿਸੀਵਰ ਰੱਖ ਦਿੱਤਾ। ਕਿੱਥੇ ਗਈ ਸੀ? ਉਹਦੀ ਮਾਂ ਨੇ ਲੁਕਵੀਂ ਖਿੱਝ ਨਾਲ ਪੁੱਛਿਆ। ਅਵਤਾਰ ਵੱਲ। ਆਖੋ ਪੌੜੀਆਂ ਚੜ੍ਹਨ ਲੱਗੀ। ਅਵਤਾਰ ਸਾਰੇ ਟੱਬਰ ਦਾ ਜਾਣੂ ਸੀ। ਬਾਇੱਜ਼ਤ ਕਬੀਲਦਾਰ ਬੰਦਾ ਸੀ, ਜਿਸ ਕਰਕੇ ਮਾਂ ਨੂੰ ਇਹ ਹੋਰ ਬਹੁਤਾ ਨਾਰਾਜ਼ ਹੋਣ ਵਾਲੀ ਗੱਲ ਨਾ ਲੱਗੀ। ਉਂਝ ਵੀ ਜੀਤ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਉਹਦੀ ਧੀ ਐਸੀ ਵੈਸੀ ਕੁੜੀ ਨਹੀਂ ਸੀ। ਸਵੇਰੇ ਮਾਂ ਜਦੋਂ ਉਹਨੂੰ ਚਾਹ ਲਈ ਉਠਾਣ ਗਈ ਤਾਂ ਉਹ ਮਰੀ ਪਈ ਸੀ। ਸ਼ਾਇਦ ਉਹ ਬੜੀ ਰਾਤ ਤੱਕ ਜਾਗਦੀ ਰਹੀ ਸੀ। ਕਮਰੇ ਦੀ ਬੱਤੀ ਅਜੇ ਵੀ ਬਲ ਰਹੀ ਸੀ। ਕੋਲ ਜਾਪਾਨੀਆਂ ਨਾਟਕਾਂ ਦੀ ਕਿਤਾਬ ਖੁੱਲੀ ਪਈ ਸੀ। ਕਿਤਾਬ 'ਚ ਤਸਵੀਰ ਸੀ ਜਿਸ 'ਚ 90-95 ਸਾਲ ਦੀ ਬੁੱਢੀ ਨਾਇਕਾ ਨੂੰ ਖੂਬਸੂਰਤ ਆਖਣ ਵਾਲਾ ਕਵੀ ਮਰਿਆ ਪਿਆ ਸੀ। ਉਹਦੇ ਕੋਲ ਇੱਕ ਸਿਪਾਹੀ ਖੜਾ ਸੀ। ਬੁੱਢੀ ਨਾਇਕਾ ਸਿਗਰਟਾਂ ਦੇ ਟੋਟੇ ਗਿਣ ਰਹੀ ਸੀ। 1 ਤੇ 1 2, 2 ਤੇ 2 4, 1 ਤੇ 1 2, 2 ਤੇ 2 4। ਧੰਨਵਾਦ।